ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਅਮਰੀਕਾ ਵੱਲੋਂ ਰੂਸ ਤੋਂ ਤੇਲ ਦੀ ਦਰਾਮਦ ਲਈ ਕੀਤੀ ਟਿੱਪਣੀ ਤੇ ਭਾਰਤ ਦਾ ਸਖਤ ਸੁਨੇਹਾ। ਵਿਦੇਸ਼ ਮੰਤਰਾਲੇ ਦਾ ਅਹਿਮ ਬਿਆਨ। ਕਿਹਾ ਅਮਰੀਕਾ ਵੱਲੋਂ ਟੈਰਿਫ ਵਧਾਉਣਾ ਮੰਦਭਾਗਾ। ਰਾਸ਼ਟਰ ਹਿੱਤਾਂ ਲਈ ਭਾਰਤ ਚੁੱਕੇਗਾ ਹਰ ਜ਼ਰੂਰੀ ਕਦਮ। ਪ੍ਰਧਾਨ ਮੰਤਰੀ ਮੋਦੀ ਮੁਤਾਬਿਕ ਕਰਤੱਵਯ ਭਵਨ ਤੋਂ ਨਿਰਧਾਰਿਤ ਹੋਵੇਗੀ ਵਿਕਸਿਤ ਭਾਰਤ ਦੀ ਦਿਸ਼ਾ। ਕਿਹਾ ਅਗਸਤ ਦਾ ਮਹੀਨਾ ਦੇਸ਼ ਲਈ ਹਮੇਸ਼ਾ ਕ੍ਰਾਂਤੀ ਅਤੇ ਵਿਕਾਸ ਦਾ ਪ੍ਰਤੀਕ ਰਿਹਾ ਹੈ। ਕਰਤੱਵਯ ਭਵਨ ਨੂੰ ਦੇਸ਼ ਦੇ ਉਜਵਲ ਭਵਿੱਖ ਦੀ ਨੀਂਹ ਦੱਸਿਆ। ਲੈਂਡ ਪੁਲਿੰਗ ਖਿਲਾਫ ਭਾਜਪਾ ਦੀ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ 17 ਅਗਸਤ ਤੋਂ। ਪਟਿਆਲਾ ਤੋਂ ਪਠਾਨਕੋਟ ਤੱਕ ਬੀਜੇਪੀ ਕੱਢੇਗੀ ਰੋਸ ਮਾਰਚ। ਲੈਂਡ ਪੁਲਿੰਗ ਪਾਲਿਸੀ ਖਿਲਾਫ ਭਲਕੇ ਹਾਈਕੋਰਟ ਵਿੱਚ ਮੁੜ ਹੋਵੇਗੀ ਸੁਣਵਾਈ। ਸੁਨੀਲ ਜਾਖੜ ਵੱਲੋਂ ਲੈਂਡ ਪੁਲਿੰਗ ਨੀਤੀ ਤੇ ਕੋਰਟ ਵੱਲੋਂ ਲਾਈ ਰੋਕ ਦਾ ਸਵਾਗਤ। ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੁਣ ਭਲਕੇ। ਬੈਰਕ ਬਦਲਣ ਵਾਲੀ ਪਟੀਸ਼ਨ ਤੇ 12 ਅਗਸਤ ਨੂੰ ਹੋਵੇਗੀ ਸੁਣਵਾਈ। ਇਸ ਵੇਲੇ ਮਜੀਠੀਆ ਨਾਭਾ ਜੇਲ੍ਹ ਵਿੱਚ ਬੰਦ ਨੇ। ਪੰਜਾਬ ਵਿੱਚ ਇੱਕੋ ਦਿਨ 2 ਇੰਸਪੈਕਟਰ ਮੁਅੱਤਲ। ਮਾਨਸਾ ਦੇ ਸਰਦੂਲਗੜ੍ਹ ਦੇ SHO ਤੇ ਹੌਲਦਾਰ ਨੂੰ ਕੀਤਾ ਗਿਆ ਸਸਪੈਂਡ। ਪਟਿਆਲਾ ਵਿੱਚ ਇੰਸਪੈਕਟਰ ਅਤੇ ASI ਤੇ ਕਾਰਵਾਈ। ਕਥਿਤ ਬੇਦੋਸ਼ੀ ਲੋਕਾਂ ਨਾਲ ਕੁੱਟਮਾਰ ਕਰਨ ਦਾ ਲੱਗਿਆ ਇਲਜ਼ਾਮ। ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰਜੋਤ ਸਿੰਘ ਬੈਂਸ ਤਨਖਾਹੀਆ ਕਰਾਰ। 2 ਦਿਨ ਗੁਰਦੁਆਰਾ ਸੀਸਗੰਜ ਸਾਹਿਬ ਜੋੜੇ ਝਾੜਨ ਲਈ ਲਾਈ ਗਈ ਸਜ਼ਾ। ਗੁਰਦੁਆਰਾ ਗੁਰੂ ਕੇ ਮਹਿਲ ਕੋਠਾ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵਿੱਚ 100 ਮੀਟਰ ਤੱਕ ਪੈਦਲ ਜਾਣ ਦੇ ਹੁਕਮ। ਬੈਂਸ ਬੋਲੇ ਮੈਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਪ੍ਰਵਾਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਅੱਜ ਅਮਰੀਕਾ ਵੱਲੋਂ ਵਾਧੂ ਟੈਰਿਫ ਲਗਾਏ ਜਾਣ ਦੇ ਖਿਲਾਫ ਆਪਣੀ ਪ੍ਰਤੀਕਿਰਿਆ ਦੁਹਰਾਉਂਦਿਆਂ ਕਿਹਾ ਹੈ ਕਿ ਇਹ ਕਾਰਵਾਈ ਅਣਉਚਿਤ, ਗੈਰ ਨਿਆਂਸੰਗਤ ਤੇ ਗੈਰ ਵਾਜਬ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਤੇ 80% ਵਾਧੂ ਟੈਰਿਫ ਲਗਾਏ ਜਾਣ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਭਾਰਤ ਆਪਣੇ ਕੌਮੀ ਹਿੱਤਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਇਹ ਉਜਾਗਰ ਕਰਦਿਆਂ ਕਿ ਅਮਰੀਕਾ ਨੇ ਹਾਲ ਹੀ ਵਿੱਚ ਰੂਸ ਤੋਂ ਭਾਰਤ ਦੇ ਤੇਲ ਦਰਾਮਦ ਨੂੰ ਨਿਸ਼ਾਨਾ ਬਣਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਮੁੱਦੇ ਤੇ ਭਾਰਤ ਪਹਿਲਾਂ ਹੀ ਆਪਣੀ ਸਥਿਤੀ ਸਪਸ਼ਟ ਕਰ ਚੁੱਕਾ ਹੈ, ਜਿਸ ਵਿੱਚ ਇਹ ਤੱਥ ਵੀ ਸ਼ਾਮਲ ਹੈ ਕਿ ਦੇਸ਼ ਦੀ ਦਰਾਮਦ ਬਾਜ਼ਾਰ ਦੇ ਹਾਲਾਤ ਅਨੁਸਾਰ ਹੈ ਤੇ ਭਾਰਤ ਦੇ 1.4 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਇਹ ਕਦਮ ਚੁੱਕਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਅਮਰੀਕਾ ਨੂੰ ਭਾਰਤ ਤੇ ਉਹਨਾਂ ਕੰਮਾਂ ਲਈ ਵਾਧੂ ਟੈਰਿਫ ਲਗਾਉਣ ਦੀ ਚੋਣ ਕਰਨੀ ਪੈ ਰਹੀ ਹੈ ਜਿਹੜੇ ਕਈ ਹੋਰ ਦੇਸ਼ ਵੀ ਆਪਣੇ ਕੌਮੀ ਹਿੱਤਾਂ ਲਈ ਕਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਰਤੱਵਯ ਭਵਨ ਇੱਕ ਅਤ ਆਧੁਨਿਕ ਸਹੂਲਤ ਹੈ ਜਿਸ ਨੂੰ ਕਈ ਮੰਤਰਾਲਿਆਂ ਤੇ ਵਿਭਾਗਾਂ ਨੂੰ ਇੱਕ ਹੀ ਛੱਤ ਹੇਠਾਂ ਲਿਆ ਕੇ ਸ਼ਾਸਨ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਨਵੀਂ ਦਿੱਲੀ ਦੇ ਕਰਤੱਵਯ ਪਥ ਤੇ ਇਸ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਗਸਤ ਕ੍ਰਾਂਤੀ ਦਾ ਮਹੀਨਾ ਹੈ ਅਤੇ 15 ਅਗਸਤ ਤੋਂ ਪਹਿਲਾਂ ਦੇਸ਼ ਆਧੁਨਿਕ ਭਾਰਤ ਦੇ ਨਿਰਮਾਣ ਨਾਲ ਜੁੜੇ ਗਏ ਇਤਿਹਾਸਿਕ ਮੀਲ ਪੱਥਰ ਦੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਜਿਨ੍ਹਾਂ ਇਮਾਰਤਾਂ ਦਾ ਉਦਘਾਟਨ ਕੀਤਾ ਗਿਆ ਹੈ ਉਹ ਸਿਰਫ ਆਮ ਬੁਨਿਆਦੀ ਢਾਂਚਾ ਨਹੀਂ ਹੈ, ਸਗੋਂ ਇਹ ਭਵਨ ਉਹ ਨੇ ਜਿੱਥੇ ਵਿਕਸਿਤ ਭਾਰਤ ਦੀਆਂ ਨੀਤੀਆਂ ਬਣਾਈਆਂ ਜਾਣਗੀਆਂ ਅਤੇ ਅਹਿਮ ਫੈਸਲੇ ਲਏ ਜਾਣਗੇ। क्रांति का महीना अगस्त और 15 अगस्त से पहले ये ऐतिहासिक अवसर हम एक के बाद एक आधुनिक भारत के निर्माण से जुड़ी उपलब्धियों के साक्षी बन रहे हैं। यहां राजधानी दिल्ली में ही कर्तव्य पथ, देश का नया संसद भवन, नया रक्षा भवन, भारत मंडपम, यशोभूमि, शहीदों को समर्पित नेशनल वॉर मेमोरियल, नेताजी सुभाष बाबू की प्रतिमा और अब ये कर्तव्य भवन, ये केवल
प्रधानमंत्री ने इस गल ते जोर दिता है कि अजे पहला करतव्य भवन है जिहड़ा बन के तैयार होया है। कई होर अजिहे भवनां दी उसारी तेज रफ्तार नाल चल रही है। उन्होंने कहा कि जदों कई दफ्तर नेड़े तेड़े शिफ्ट हो जाणगे तां कर्मचारियों लई काम करन दा बेहतर माहौल अते सहूलत उपलब्ध होवेगी। प्रधानमंत्री ने कहा कि जरूरी सहूलतां दी उपलब्धता दे नाल-नाल काम दा उत्पादन भी वधेगा ते सरकार वल्लों मौजूदा समय विच किराए ते खर्च कीते जा रहे 1500 करोड़ रुपए दी भी बचत होवेगी। कर्तव्य पथ के आसपास एक होलिस्टिक विजन के साथ कर्तव्य भवन जैसी विशाल इमारतों का निर्माण किया जा रहा है। ये तो पहला कर्तव्य भवन पूरा हुआ है। अभी कई कर्तव्य भवनों का निर्माण तेजी से चल रहा है। ये ऑफिसेस जब आसपास शिफ्ट होंगे, नजदीक हो जाएगी, तो इससे कर्मचारियों को सही वर्क एनवायरनमेंट मिलेगा। पंजाब सरकार की लैंड पुलिंग नीति के विरोध में भारतीय जनता पार्टी 17 अगस्त तो 5 सितंबर तक जमीन बचाओ किसान बचाओ नां दी यात्रा कढेगी। यह यात्रा पटियाला तो शुरू होकर पठानकोट विखे संपन्न होगी। यात्रा उन्हां इलाकों विचों लंघेगी जिथे पंजाब सरकार ने लैंड पुलिंग नाल संबंधी नोटिफिकेशन जारी किए हैं। बीजेपी आगू केवल सिंह ढिल्लों ने चंडीगढ़ विखे पत्रकारों नाल गलबात करदिआं कहा कि पार्टी पूरी तरह किसानां नाल खड़ी है ते उन्हां दी इस यात्रा का मंतव किसानां दीआं जमीनां ते अधिकारां दी रखिया करना है। कि पंजाब इस वेले एक बहुत बड़े संकट चों निकल रहा है। संकट यह आ कि पंजाब की जिहड़ी मौजूदा सरकार आ उहदियां जिहड़ियां नीतियां ने खास करके जिहड़े उहदे सीनियर नेता साहिबान दिल्ली तो हार हूर के दिल्ली नूं लुट के वापस पंजाब आए आ, उन्होंने एक नवीं नीति जिहड़ी तुसीं सुणी हर रोज़ जाणदे कि पंजाब नूं तबाह करन लई लैंड पूलिंग की नीति कीती आ। ਅਸੀਂ ਉਹਦੇ ਬਾਰੇ ਅੱਜ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸਰਬ ਪਾਰਟੀ ਮੀਟਿੰਗ ਹੋਈ, ਉਹਦੇ ਵਿੱਚ ਅਸੀਂ ਸ਼ਾਮਲ ਹੋਏ। ਅਸੀਂ ਕਿਹਾ ਕਿ ਅਸੀਂ ਚਟਾਨ ਵਾਂਗੂ ਤੁਹਾਡੇ ਨਾਲ ਖੜੇ ਅੱਜ ਉਸੇ ਵਾਅਦੇ ਤੇ ਖੜੇ ਹੋ ਕੇ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਨੀਤੀ ਹੈ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੀ ਨੀਤੀ ਹੈ। पंजाब और हरियाणा हाईकोर्ट की दखलअंदाजी तो बाद पंजाब सरकार ने लैंड पुलिंग ते कल तक रोक लगाने बारे सहमति प्रगटाई है। एडवोकेट जनरल ने पंजाब और हरियाणा हाईकोर्ट में ये जानकारी सांझी की। एडवोकेट गुरदीप सिंह फागला वालों दायर पटीशन ते सुनवाई दौरान हाईकोर्ट ने कहा कि जिन्हां कोल जमीन है उन्होंने तो सरकार मुआवजा देगी, पर जिन्हां कोल जमीन नहीं है भावें वो मजदूर होण जां कारीगर, सरकार कोल उन्हां बारे की है। लैंड पुलिंग नीति विरुद्ध दायर पटीशन ते हाईकोर्ट ने कहा कि हुण भलके इस ते मुड़ सुनवाई होवेगी। अदालत ने कहा कि जेकर सरकार 60,000 एकड़ जमीन लैंड पुलिंग लई लै रही है तो प्रति एकड़ रकम 1.5 करोड़ बनती है। इस लिहाज नाल की सरकार को 90,000 करोड़ का बजट है। पटीशनकर्ता ने इस पॉलिसी नूं पूरी तरह गैर वाजिब अते भौम प्राप्ति एक्ट 2013 की उलंघना दस्सिया है। पंजाब भाजपा के प्रधान सुनील जाखड़ ने पंजाब और हरियाणा हाईकोर्ट वालों पंजाब सरकार की लैंड पुलिंग पॉलिसी ते स्टे का स्वागत किया है। एक सोशल मीडिया पोस्ट में उन्होंने कहा कि चाहे ये एक स्टे सिर्फ एक दिन लिए, पर मौजूदा पंजाब सरकार का रिकॉर्ड रहा है कि वह अदालत में लोक विरोधी नीतियों नाल संबंधित सारे केस हारती रही है। एक सोशल मीडिया पोस्ट में जाखड़ ने कहा कि हुण भी पंजाब सरकार की किसानों दी जमीनां लुट्टण की योजना अदालत में नहीं टिकेगी ते इस केस में सरकार नूं हार ही मिलनी है। जाखड़ ने सुझाव दिता कि इसलिए बेहतर है कि मुख्यमंत्री हाले भी दिल्ली वालियां दे हित छड्ड के पंजाब दी नब्ज नूं पछाण के इस पॉलिसी नूं वापस लै लैण। आमदन तो वध जायदाद के कथित दोषां दे नाभा की नवीं जेल विच बंद साबका अकाली मंत्री बिक्रम सिंह मजीठिया नूं मोहाली की अदालत विच अज भी कोई राहत नहीं मिल सकी। अज अदालत विच उन्हां दीआं 2 पटीशनां उत्ते सुनवाई हुई, जिस दौरान सरकारी पक्ष ते बचाव धिर दे वकीलां ने आपो अपने दावे पेश किए। अदालत वालों जमानत अर्जी उत्ते अगली सुनवाई 7 अगस्त ते पा दी गई है, जबकि बैरक बदलण दे मामले विच हुण सुनवाई 12 अगस्त नूं होवेगी। पंजाब विच इक्को दिन पंजाब पुलिस के 2 इंस्पैक्टर मुअत्तल किए गए हैं। मानसा के सरदूलगढ़ के SHO बिक्रमजीत सिंह और हौलदार प्रिंसदीप नूं मुअत्तल करके उन्हां खिलाफ मामला दर्ज किया गया है। एक जमीनी झगड़े में 2 व्यक्तियों ते मामला दर्ज करके पुलिस वालों उन्हां नूं हिरासत विच लैके बुरी तरह कुटमार करने का दोष है। इस कुटमार दौरान एक व्यक्ति की बांह भी टुट गई सी। दूजे पासे पटियाला में 26 जून नूं 2 नौजवानों नाल
ਕੁੱਟਮਾਰ ਅਤੇ 3rd ਡਿਗਰੀ ਟਾਰਚਰ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਇੰਸਪੈਕਟਰ ਯਸ਼ਪਾਲ ਸ਼ਰਮਾ ਤੇ ਏਐਸਆਈ ਬਲਬੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੋਵਾਂ ਦੇ ਖਿਲਾਫ ਥਾਣਾ ਘੱਗਾ ਵਿੱਚ ਮਾਮਲਾ ਦਰਜ ਹੈ। ਟਾਰਚਰ ਕਰਨ ਵਾਲੇ ਪੁਲਿਸ ਅਫਸਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। 5 ਸਿੰਘ ਸਾਹਿਬਾਨ ਵੱਲੋਂ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼੍ਰੀਨਗਰ ਵਿੱਚ ਕਰਵਾਏ ਗਏ ਸ਼ਹੀਦੀ ਸਮਾਗਮ ਵਿੱਚ ਭੰਗੜੇ ਤੇ ਨੱਚਣ ਗਾਉਣ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ 5 ਸਿੰਘ ਸਾਹਿਬਾਨ ਵੱਲੋਂ ਸ਼੍ਰੀਨਗਰ ਵਿੱਚ ਕਰਵਾਏ ਗਏ 350 ਸਾਲਾ ਸ਼ਤਾਬਦੀ ਸਮਾਗਮ ਦੌਰਾਨ ਨੱਚਣ ਗਾਉਣ ਦੇ ਮਨੋਰੰਜਨ ਦਾ ਪ੍ਰੋਗਰਾਮ ਪੇਸ਼ ਕਰਨ ਕਰਕੇ ਸਿੱਖ ਮਰਿਆਦਾ ਦੀ ਹੋਈ ਵੱਡੀ ਉਲੰਘਣਾ ਦਾ ਦੋਸ਼ ਕਬੂਲ ਲਿਆ। ਸਿੰਘ ਸਾਹਿਬਾਨ ਨੇ ਹਰਜੋਤ ਸਿੰਘ ਬੈਂਸ ਨੂੰ ਹੁਕਮ ਦਿੱਤਾ ਕਿ ਉਹ ਸਿੰਘ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਅਸਥਾਨ ਗੁਰੂ ਕੇ ਮਹਿਲ ਤੱਕ ਤੁਰ ਕੇ ਦਰਸ਼ਨ ਕਰਨ ਜਾਣ ਅਤੇ ਸ਼੍ਰੀ ਦਰਬਾਰ ਸਾਹਿਬ ਤੋਂ ਉਕਤ ਗੁਰਦੁਆਰਾ ਸਾਹਿਬ ਤੱਕ ਜਾਣ ਵਾਲੇ ਰਸਤਿਆਂ ਨੂੰ ਠੀਕ ਕਰਵਾਉਣ। ਇਸ ਤੋਂ ਇਲਾਵਾ ਸਿੰਘ ਸਾਹਿਬਾਨ ਨੇ ਹਰਜੋਤ ਸਿੰਘ ਬੈਂਸ ਨੂੰ ਗੁਰਦੁਆਰਾ ਕੋਟਾ ਸਾਹਿਬ ਵੱਲਾ ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ 100 ਮੀਟਰ ਪਹਿਲਾਂ ਤੱਕ ਤੁਰ ਕੇ ਜਾਣ ਅਤੇ ਰਸਤਿਆਂ ਦੀ ਹਾਲਤ ਸੁਧਾਰਨ। ਇਸ ਦੇ ਨਾਲ ਹੀ ਹਰਜੋਤ ਸਿੰਘ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਤੇ ਇਸ ਉਪਰੰਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ 2 ਦਿਨ ਜੋੜਾ ਘਰ ਵਿਖੇ ਸੇਵਾ ਕਰਨ ਅਤੇ ਕੜਾਹ ਪ੍ਰਸ਼ਾਦ ਦੇ ਕਰਾਉਣ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਸਾਹਿਬਾਨ ਦੀ ਇਕੱਤਰਤਾ ਅੱਗੇ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਨੇ ਵਿਦੇਸ਼ ਵਿੱਚ ਹੋਣ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਪੇਸ਼ ਹੋਣ ਲਈ ਅਸਮਰੱਥਾ ਪ੍ਰਗਟ ਕੀਤੀ ਸੀ। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 5 ਨਵੇਂ ਵਿਭਾਗ 2 ਕੇਂਦਰ ਸਥਾਪਿਤ ਕਰਨ ਅਤੇ 17 ਅਕਾਦਮਿਕ ਕੋਰਸ ਚਲਾਉਣ ਲਈ 46 ਨਵੀਆਂ ਅਸਾਮੀਆਂ ਦੀ ਪ੍ਰਵਾਨਗੀ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਦੱਸਿਆ ਕਿ ਇਸ ਨਾਲ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਦੇ ਯਤਨਾਂ ਨੂੰ ਹੱਲਾਸ਼ੇਰੀ ਮਿਲੇਗੀ। हमारे विश्वविद्यालय को मिनिस्ट्री ऑफ एजुकेशन के द्वारा 5 नए विभाग और 2 नए सेंटर खोलने की अनुमति मिली है। इसमें से डिपार्टमेंट ऑफ आर्टिफिशियल इंटेलिजेंस एंड मशीन लर्निंग, डिपार्टमेंट ऑफ कम्युनिटी मेडिसिन एंड हेल्थ, डिपार्टमेंट ऑफ हॉस्पिटलिटी एंड टूरिज्म मैनेजमेंट, डिपार्टमेंट ऑफ बायोटेक्नोलॉजी एंड बायो इन्फॉर्मेटिक्स, डिपार्टमेंट ऑफ पब्लिक पॉलिसी एंड गवर्नेंस, श्री गुरु तेग बहादुर सेंटर फॉर स्टडीज इन इंडिक सिविलाइजेशन एंड सेंटर फॉर पार्टीशनर एट्रोसिटीज स्टडीज। इन प्रोग्राम्स को चलाने के लिए हमें 44 शिक्षकों का पद और 2 नॉन टीचिंग पद हमें मिले हुए हैं। ये मैं मिनिस्ट्री ऑफ एजुकेशन को बहुत बहुत साधुवाद देता हूँ। हमारे माननीय मंत्री जी धर्मेंद्र प्रधान जी को साधुवाद देता हूँ, जिनकी अनुशंसा से हमें ये डिपार्टमेंट मिले हैं। इससे हमारे डिपार्टमेंट के एकेडमिक प्रोग्राम्स यूजी, पीजी और पीएचडी प्रोग्राम में वृद्धि होगी और साथ में इसमें जो अंडर ग्रेजुएट प्रोग्राम हम चलाएंगे और जो पिछले वर्ष से हमने चलाया था उसमें से इन प्रोग्राम्स की सहायता से हमारे विश्वविद्यालय में सूचना ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰੀ OTT ਪਲੇਟਫਾਰਮਾਂ ਨੂੰ ਅਸ਼ਲੀਲਤਾ ਪਰੋਸਣ ਲਈ ਬੈਨ ਕੀਤਾ ਗਿਆ ਹੈ। ਲੋਕ ਸਭਾ 'ਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ OTT ਪਲੇਟਫਾਰਮਾਂ ਤੇ ਅਸ਼ਲੀਲ ਸਮੱਗਰੀ ਅਤੇ ਨਾਪੱਖੀ ਪ੍ਰਭਾਵਾਂ ਨੂੰ ਹੱਲ ਕਰਨ ਲਈ ਸੂਚਨਾ ਤਕਨਾਲੋਜੀ ਨਿਯਮ 2021 ਤਹਿਤ ਢੁਕਵੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ। ਉਨ੍ਹਾਂ ਕਿਹਾ ਕਿ ਨਿਯਮਾਂ ਤਹਿਤ OTT ਪਲੇਟਫਾਰਮਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਕੋਈ ਵੀ ਅਜਿਹੀ ਸਮੱਗਰੀ ਦਾ ਪ੍ਰਸਾਰਣ ਨਾ ਕਰਨ ਜਿਹੜੀ ਕਾਨੂੰਨ ਮੁਤਾਬਿਕ ਪਾਬੰਦੀਸ਼ੁਦਾ ਹੋਵੇ। ਖਬਰਾਂ ਦੇ ਬੁਲੇਟਿਨ ਤੇ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਅਮਰੀਕਾ ਵੱਲੋਂ ਰੂਸ ਤੋਂ ਤੇਲ ਦੀ ਦਰਾਮਦ ਲਈ ਕੀਤੀ ਟਿੱਪਣੀ ਤੇ ਭਾਰਤ ਦਾ ਸਖਤ ਸੁਨੇਹਾ। ਵਿਦੇਸ਼ ਮੰਤਰਾਲੇ ਦਾ ਅਹਿਮ ਬਿਆਨ ਕਿਹਾ ਅਮਰੀਕਾ ਵੱਲੋਂ ਟੈਰਿਫ ਵਧਾਉਣਾ ਮੰਦਭਾਗਾ, ਰਾਸ਼ਟਰੀ ਹਿੱਤਾਂ ਲਈ ਭਾਰਤ ਚੁੱਕੇਗਾ ਹਰ ਜ਼ਰੂਰੀ ਕਦਮ। प्रधानमंत्री मोदी मुताबिक कर्तव्य भवन तो निर्धारित होगी विकसित भारत की दिशा। कहा अगस्त का महीना देश लिए हमेशा क्रांति और विकास का प्रतीक रहा है। कर्तव्य भवन को देश के उज्जवल भविष्य की नींह दसिया। लैंड पुलिंग खिलाफ भाजपा की जमीन बचाओ किसान बचाओ यात्रा 17 अगस्त को पटियाला तो पठानकोट तक बीजेपी करेगी रोस मार्च। लैंड पुलिंग पॉलिसी खिलाफ हल्के हाईकोर्ट में मुड़ होगी सुनवाई। सुनील जाखड़ वालों लैंड पुलिंग नीति ते कोर्ट वालों लाई रोक का स्वागत। मजीठिया की जमानत अर्जी ते सुनवाई हुण भलके बैरक बदलण वाली पटीशन ते 12 अगस्त को होगी सुनवाई। इस वेले मजीठिया नाभा जेल विच बंद ने। पंजाब विच इक्को दिन 2 इंस्पैक्टर मुअत्तल। मानसा के सरदूलगढ़ के SHO ते हौलदार नूं कीता गया सस्पेंड। पटियाला विच इंस्पैक्टर ते ASI ते कार्रवाई। कथित बेदोशी लोकां नाल कुटमार करन दा लग्या इल्जाम।
ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਜੋਤ ਸਿੰਘ ਬੈਂਸ ਤਨਖਾਹੀਆ ਕਰਾਰ 2 ਦਿਨ ਗੁਰਦੁਆਰਾ ਸੀਸਗੰਜ ਸਾਹਿਬ ਜੋੜੇ ਚਾੜਨ ਲਈ ਲਾਈ ਗਈ ਸਜ਼ਾ। ਗੁਰਦੁਆਰਾ ਗੁਰੂ ਕੇ ਮਹਿਲ ਕੋਠਾ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵਿੱਚ 100 ਮੀਟਰ ਤੱਕ ਪੈਦਲ ਜਾਣ ਦੇ ਹੁਕਮ। ਬੈਂਸ ਬੋਲੇ, ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਪ੍ਰਵਾਨ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।